ਪੰਜਾਬੀ ਦੀ ਆਨਲਾਈਨ ਜਮਾਤ ਵਿੱਚ ਮੈਂ ਤੁਹਾਡਾ ਸਭ ਦਾ ਸਵਾਗਤ ਕਰਦੀ ਹਾਂ। ਅੱਜ ਬੱਚਿਓ ਆਪਾਂ ਪੰਜਾਬੀ ਦੇ ਇੱਕ ਖਾਸ ਵਿਸ਼ੇ ਤੇ ਗੱਲ ਕਰਾਂਗੇ। ਪੰਜਾਬੀ ਨਿਬੰਧ ਜਾਂ ਇਸ ਨੂੰ ਲੇਖ ਵੀ ਕਿਹਾ ਜਾਂਦਾ ਹੈ। ਇਹ ਪੇਪਰਾਂ ਵਿੱਚ ਤੁਹਾਨੂੰ 250 ਸ਼ਬਦਾਂ ਵਿੱਚ ਲਿਖਣਾ ਹੋਵੇਗਾ ਅਤੇ ਇਸ ਦੇ ਕੁੱਲ ਅੰਕ 15 ਹਨ। ਲੇਖ ਵਾਰਤਕ ਦਾ ਇੱਕ ਹਿੱਸਾ ਹੈ। ਇਹ ਕਿਸੇ ਵਿਸ਼ੇ ਤੇ ਆਧਾਰਿਤ ਕੋਈ ਰਚਨਾ ਹੁੰਦੀ ਹੈ। ਲੇਖ ਲਿਖਣ ਲਈ ਕਈ ਵਿਸ਼ੇ ਜਾਂ ਕਿਸਮਾਂ ਲਈਆਂ ਜਾ ਸਕਦੀਆਂ ਹਨ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਲੇਖ ਦੀਆਂ ਕਿਸਮਾਂ ਉੱਤੇ। ਲੇਖ ਨੂੰ ਸ਼ੈਲੀ ਅਨੁਸਾਰ 4 ਕਿਸਮਾਂ ਵਿੱਚ ਵੰਡਿਆ ਜਾ ਸਕਦਾ ਹੈ, ਜਿਵੇਂ ਬਿਰਤਾਂਤਕ ਲੇਖ, ਵਿਚਾਰਾਤਮਕ ਲੇਖ, ਭਾਵਾਤਮਕ ਲੇਖ, ਵਰਣਨਾਤਮਕ ਲੇਖ। ਬਿਰਤਾਂਤਕ ਲੇਖ ਇਸ ਕਿਸਮ ਦੇ ਲੇਖਾਂ ਵਿੱਚ ਮਹਾਂਪੁਰਖਾਂ ਦੀਆਂ ਜੀਵਨੀਆਂ, ਜੀਵਨ ਦੀਆਂ ਭੁੱਲ ਯਾਦਾਂ, ਇਤਿਹਾਸ ਨਾਲ ਸੰਬੰਧਿਤ ਮਹੱਤਵਪੂਰਨ ਘਟਨਾਵਾਂ, ਸਕੂਲ ਜਾਂ ਕਾਲਜ ਪੱਧਰ ਤੇ ਕੀਤੀਆਂ ਜਾਂਦੀਆਂ ਯਾਤਰਾਵਾਂ ਦਿੱਤੀਆਂ ਜਾਂਦੀਆਂ ਹਨ, ਜਿਵੇਂ ਕਿ ਗੁਰੂ ਨਾਨਕ ਦੇਵ ਜੀ ਦਾ ਲੇਖ ਹੋ ਗਿਆ, ਗੁਰੂ ਗੋਬਿੰਦ ਸਿੰਘ ਜੀ ਦਾ ਹੋ ਗਿਆ, ਤੁਹਾਡੇ ਜੀਵਨ ਦੀ ਕੋਈ ਅਭੁੱਲ ਯਾਦ ਹੋ ਗਈ ਜਾਂ ਕਿਸੇ ਵੀ ਜਗ੍ਹਾ ਦੀ ਯਾਤਰਾ ਹੋ ਗਈ, ਤਾਜ ਮਹਿਲ ਦੀ ਯਾਤਰਾ ਹੋ ਗਈ, ਅੰਮ੍ਰਿਤਸਰ ਸਾਹਿਬ ਦੀ ਯਾਤਰਾ ਹੋ ਗਈ, ਕਿਸੇ ਵੀ ਜਗ੍ਹਾ ਦੀ ਯਾਤਰਾ ਹੋ ਗਈ। ਦੂਜਾ ਲੇਖ ਆਉਂਦਾ ਹੈ ਵਿਚਾਰਾਤਮਕ ਲੇਖ। ਇਹ ਲੇਖ ਕਿਸੇ ਲੇਖਕ ਜਾਂ ਗੁਰਬਾਣੀ ਦੀਆਂ ਤੁਕਾਂ ਤੇ ਆਧਾਰਿਤ ਜਾਂ ਕਿਸੇ ਅਖਾਣ ਜਾਂ ਕਿਸੇ ਸੂਖਮ ਵਿਸ਼ੇ ਤੇ ਆਧਾਰਿਤ ਹੁੰਦਾ ਹੈ, ਜਿਵੇਂ ਕਿ ਗੁਰਬਾਣੀ ਵਿੱਚੋਂ ਕੋਈ ਵੀ ਤੁਕਾਂ ਹੋ ਸਕਦੀਆਂ ਨੇ। ਇਹ ਮੈਂ ਉਦਾਹਰਨ ਵਜੋਂ 2 ਦਿੱਤੀਆਂ ਹਨ। ਮਨ ਜਿੱਤੇ ਜਗਜੀਤ, ਨਾਨਕ ਫਿੱਕਾ ਬੋਲੀਏ ਤਨ ਮਨ ਫਿੱਕਾ ਹੋਏ। ਇਸ ਤੋਂ ਇਲਾਵਾ ਕੋਈ ਵੀ ਗੁਰਬਾਣੀ ਦੀ ਤੁਕ ਹੋ ਸਕਦੀ ਹੈ ਜਾਂ ਕੋਈ ਵੀ ਮੁਹਾਵਰਾ ਜਾਂ ਅਖਾਣ ਵੀ ਹੋ ਸਕਦਾ ਹੈ, ਜਿਸ ਨੂੰ ਤੁਸੀਂ ਵਿਸਥਾਰ ਵਿੱਚ ਲਿਖਣਾ ਹੁੰਦਾ ਹੈ। ਤੀਸਰਾ ਹੈ ਭਾਵਾਤਮਕ ਲੇਖ। ਇਹਨਾਂ ਲੇਖਾਂ ਵਿੱਚ ਕੋਈ ਭਾਵ ਜਾਂ ਜਜ਼ਬਾ ਪ੍ਰਧਾਨ ਹੁੰਦਾ ਹੈ, ਜਿਵੇਂ ਕਿ ਦੇਸ਼ ਪਿਆਰ ਦਾ ਲੇਖ। ਇਹਦੇ ਵਿੱਚ ਤੁਹਾਡੀਆਂ ਆਪਣੀਆਂ ਫੀਲਿੰਗਸ ਹੁੰਦੀਆਂ ਨੇ, ਤੁਸੀਂ ਆਪਣੇ ਜਜ਼ਬੇ ਨੂੰ ਪ੍ਰਧਾਨ ਰੱਖਦੇ ਹੋ। ਦੇਸ਼ ਪਿਆਰ ਦਾ, ਮਾਂ ਦੀ ਮਹਾਨਤਾ ਆਦਿ ਲੇਖ ਹੁੰਦੇ ਹਨ। ਚੌਥਾ ਹੁੰਦਾ ਹੈ ਵਰਣਨਾਤਮਕ ਲੇਖ। ਇਹ ਲੇਖ ਅੱਖੀ ਡਿੱਠਾ ਜਾਂ ਕਿਸੇ ਚੀਜ਼ ਦਾ ਹੂਬਹੂ ਵਰਣਨ ਕਰਨਾ, ਜਿਵੇਂ ਕਿ ਤੁਸੀਂ ਸਾਹਮਣੇ ਉਸ ਚੀਜ਼ ਨੂੰ ਦੇਖ ਰਹੇ ਹੋ, ਉਸ ਨੂੰ ਵਰਣਨਾਤਮਕ ਲੇਖ ਕਹਿੰਦੇ ਹਨ, ਜਿਵੇਂ ਪਿੰਡ ਦਾ ਕਿਸਾਨ, ਜਲੰਧਰ ਸ਼ਹਿਰ, ਪਹਾੜ ਦੀ ਸੈਰ ਆਦਿ। ਸੋ ਬੱਚਿਓ, ਹੁਣ ਆਪਾਂ ਗੱਲ ਕਰਾਂਗੇ ਕਿ ਲੇਖ ਲਿਖਣ ਵਾਸਤੇ ਕਿਹਨਾਂ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ। ਲੇਖ ਲਿਖਣਾ ਇੱਕ ਕਲਾ ਹੈ। ਜੇ ਆਪਾਂ ਸੋਚੀਏ ਕਿ ਜੋ ਮੈਂ ਤੁਹਾਨੂੰ ਦੱਸਿਆ ਹੈ ਤੁਸੀਂ ਇਹਨੂੰ ਪੜ੍ਹ ਕੇ ਵਧੀਆ ਲੇਖ ਲਿਖਣ ਲੱਗ ਜਾਓਗੇ, ਨਹੀਂ। ਜਦ ਤੱਕ ਤੁਸੀਂ ਉਸਦਾ ਅਭਿਆਸ ਨਹੀਂ ਕਰੋਗੇ, ਉਸਨੂੰ ਬਾਰ-ਬਾਰ ਨਹੀਂ ਲਿਖੋਗੇ। ਸੋ ਲੇਖ ਲਿਖਦੇ ਹੋਏ ਆਰੰਭ ਤੇ ਖਾਸ ਦਾ ਧਿਆਨ ਰੱਖਣਾ ਚਾਹੀਦਾ ਹੈ। ਆਰੰਭ ਨੂੰ ਅਸੀਂ ਭੂਮਿਕਾ ਕਹਿੰਦੇ ਹਾਂ ਤੇ ਅੰਤ ਨੂੰ ਅਸੀਂ ਸਾਰਾਂਸ਼ ਕਹਿੰਦੇ ਹਾਂ। ਸੋ ਭੂਮਿਕਾ ਪੂਰੀ ਦੱਸ ਕੇ ਉਹਦੇ ਵਿੱਚ ਭੂਮਿਕਾ ਦੇ ਵਿੱਚ ਕਿ ਵੀ ਉਸਦਾ ਕਿਸ ਦੇ ਨਾਲ ਸੰਬੰਧ ਸੀ। ਜੇ ਆਪਾਂ ਤਿਉਹਾਰ ਦੀਵਾਲੀ ਦੀ ਗੱਲ ਕਰੀਏ ਤਾਂ ਦੀਵਾਲੀ ਦੀ ਭੂਮਿਕਾ ਹੋਏਗੀ, ਪਹਿਲਾਂ ਭਾਰਤ ਵਿੱਚ ਦੱਸਾਂਗੇ ਕਿਹੜੇ-ਕਿਹੜੇ ਤਿਉਹਾਰ ਮਨਾਏ ਜਾਂਦੇ ਹਨ, ਕਿਹੜੇ ਤਿਉਹਾਰ ਕਿਹੜੀ-ਕਿਹੜੀ ਰੁੱਤ ਵਿੱਚ ਆਉਂਦੇ ਹਨ, ਤੁਹਾਨੂੰ ਕਿਹੜਾ ਤਿਉਹਾਰ ਚੰਗਾ ਲੱਗਦਾ ਹੈ। ਇਸ ਤਰ੍ਹਾਂ ਹਰੇਕ ਤਿਉਹਾਰ ਦੀ ਪਹਿਲਾਂ ਭੂਮਿਕਾ ਰੱਖੀ ਜਾਏਗੀ ਤੇ ਅੰਤ ਉਹਦਾ ਬਹੁਤ ਹੀ ਖੂਬਸੂਰਤੀ ਨਾਲ ਕਰਨਾ ਹੋਵੇਗਾ। ਲੇਖ ਦੀ ਭਾਸ਼ਾ ਸਰਲ, ਮੁਹਾਵਰੇਦਾਰ ਤੇ ਪ੍ਰਭਾਵਸ਼ਾਲੀ ਵਿਆਕਰਨਿਕ ਦ੍ਰਿਸ਼ਟੀ ਤੋਂ ਸ਼ੁੱਧ ਹੋਣੀ ਚਾਹੀਦੀ ਹੈ। ਸੋ ਭਾਸ਼ਾ ਕੋਈ ਬਹੁਤੀ ਤੁਸੀਂ ਔਖੀ ਨਹੀਂ ਲਿਖਣੀ, ਸਰਲ ਹੋਵੇ, ਛੋਟੇ-ਛੋਟੇ ਵਾਕ ਹੋਣੇ ਚਾਹੀਦੇ ਨੇ। ਜੇ ਹੋ ਸਕੇ ਤਾਂ ਵਿੱਚ ਅਖਾਣ ਜਾਂ ਮੁਹਾਵਰਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਲੇਖ ਲਿਖਣ ਤੋਂ ਪਹਿਲਾਂ ਆਪਣੇ ਵਿਚਾਰਾਂ ਦੀ ਇੱਕ ਸੂਚੀ ਬਣਾ ਕੇ ਉਹਨਾਂ ਦਾ ਚੰਗੀ ਤਰ੍ਹਾਂ ਪ੍ਰਗਟਾ ਕਰੋ। ਇਹ ਨਾ ਹੋਵੇ ਕਿ ਅੰਤ ਵਾਲੀ ਲਾਈਨ ਅਸੀਂ ਪਹਿਲਾਂ ਲਿਖ ਰਹੀ ਹੋਈਏ ਤੇ ਪਹਿਲਾਂ ਵਾਲੀ ਅੰਤ ਵਿੱਚ। ਇਸ ਤਰ੍ਹਾਂ ਪਹਿਲਾਂ ਆਪਣੇ ਦਿਮਾਗ ਵਿੱਚ ਇੱਕ ਵਿਚਾਰਾਂ ਦੀ ਸੂਚੀ ਬਣਾ ਕੇ ਉਸੇ ਤਰੀਕੇ ਨਾਲ ਲਿਖਣਾ ਚਾਹੀਦਾ ਹੈ। ਲੇਖ ਵਿੱਚ ਇੱਕ ਗੱਲ ਨੂੰ ਬਾਰ-ਬਾਰ ਦੁਹਰਾਉਣਾ ਨਹੀਂ ਚਾਹੀਦਾ। ਆਪਾਂ ਪਹਿਲਾਂ ਚਿੱਠੀ ਤੇ ਪੱਤਰ ਵਿੱਚ ਵੀ ਗੱਲ ਕੀਤੀ ਸੀ ਕਿ ਇੱਕੋ ਗੱਲ ਨੂੰ ਬਾਰ-ਬਾਰ ਨਹੀਂ ਦੁਹਰਾਉਣਾ, ਨਾ ਹੀ ਕੌੜੇ ਤੇ ਭੱਦੇ ਸ਼ਬਦਾਂ ਦਾ ਇਸਤੇਮਾਲ ਕਰਨਾ ਹੈ। ਜੇ ਤੁਹਾਨੂੰ ਇਹ ਆ ਗਿਆ ਕਿ ਵਿਗਿਆਨ ਦੇ ਕੀ ਨੁਕਸਾਨ ਨੇ, ਤੁਸੀਂ ਆਪਣੇ ਉਹ ਚੰਗੀ ਭਾਸ਼ਾ ਵਿੱਚ ਲਿਖਣੇ ਹਨ। ਤੁਸੀਂ ਕੌੜੇ ਜਾਂ ਭੱਦੇ ਮਤਲਬ ਮਾੜੇ ਸ਼ਬਦਾਂ ਦਾ ਇਸਤੇਮਾਲ ਨਹੀਂ ਕਰਨਾ। ਸੋ ਕਿਸੇ ਵੀ ਵਿਸ਼ੇ ਤੇ ਲੇਖ ਲਿਖਣ ਲਈ ਤੁਹਾਡੇ ਕੋਲ 4-5 ਵਿਚਾਰ ਹੋ ਸਕਦੇ ਹਨ। ਇਹਨਾਂ ਵਿਚਾਰਾਂ ਨੂੰ ਅੱਡ-ਅੱਡ ਪੈਰੇ ਵਿੱਚ ਲਿਖਣਾ ਹੈ। ਇਹ ਨਹੀਂ ਕਿ ਜਿਹੜੇ 4-5 ਮੇਨ ਮੁੱਖ ਵਿਚਾਰ ਹਨ ਤੁਸੀਂ ਸਾਰੇ ਇੱਕੋ ਹੀ ਪੈਰਾਗ੍ਰਾਫ ਵਿੱਚ ਲਿਖ ਦਿਓ। ਨਹੀਂ, ਹਰ ਪੈਰੇ ਦਾ ਸਿਰਲੇਖ ਜਾਂ ਹੈਡਿੰਗ ਦੇਣਾ ਬਹੁਤ ਜ਼ਰੂਰੀ ਹੈ। ਇਸ ਤਰ੍ਹਾਂ ਭੂਮਿਕਾ ਤੇ ਸਾਰਾਂਸ਼ ਤੋਂ ਇਲਾਵਾ ਤੁਹਾਡੇ 4 ਜਾਂ 5 ਪੈਰੇ ਹੋਰ ਬਣ ਜਾਣ। ਕਲਾ ਪੱਖੋਂ ਲੇਖ ਲਿਖਣ ਦੀ ਵਿਧੀ। ਕਲਾ ਪੱਖੋਂ ਲੇਖ ਲਿਖਣ ਨੂੰ ਵਧੀਆ ਗੱਲਾਂ ਤੇ ਵਿਚਾਰ ਕਰਨਾ ਅਤੀ ਜ਼ਰੂਰੀ ਹੈ।
ਲੇਖ ਲਿਖਣ ਵਾਸਤੇ ਸਭ ਤੋਂ ਗੱਲ ਇਹ ਜ਼ਰੂਰੀ ਹੈ ਕਿ ਮਨੁੱਖ ਨੂੰ ਆਮ ਜਾਣਕਾਰੀ ਹੋਣੀ ਚਾਹੀਦੀ ਹੈ। ਇਹ ਸਾਨੂੰ ਆਮ ਜਾਣਕਾਰੀ ਕਿੱਥੋਂ ਮਿਲੇਗੀ? ਜੇ ਅਸੀਂ ਮੈਗਜ਼ੀਨ ਪੜ੍ਹਾਂਗੇ, ਰੋਜ਼ ਦਾ ਅਖਬਾਰ ਪੜ੍ਹਾਂਗੇ, ਟੈਲੀਵਿਜ਼ਨ ਪੜ੍ਹਾਂਗੇ ਤੇ ਰੇਡੀਓ ਸੁਣਾਂਗੇ। ਕਿਸੇ ਵੀ ਲੇਖ ਵਿੱਚ ਕੋਈ ਅਣਹੋਣੀ ਗੱਲ ਨਹੀਂ ਹੁੰਦੀ, ਇਸ ਵਿੱਚ ਵਿਚਾਰਾਂ ਨੂੰ ਦੁਹਰਾਇਆ ਨਹੀਂ ਜਾ ਸਕਦਾ। ਲੇਖ ਨੂੰ ਸਮੇਂ ਮੁਤਾਬਕ ਸੰਖੇਪ ਵੀ ਕੀਤਾ ਜਾ ਸਕਦਾ ਹੈ। ਇਹ ਨਾ ਹੋਵੇ ਕਿ ਅਸੀਂ ਐਗਜ਼ਾਮ ਵਿੱਚ ਸਾਡੇ ਕੋਲ ਟਾਈਮ ਘੱਟ ਹੋ ਜਾਏ ਤੇ ਅਸੀਂ ਉਹਨੂੰ ਲਿਖੀ ਜਾ ਰਹੇ ਹਾਂ ਤੇ ਲਿਖੀ ਜਾ ਰਹੇ ਹਾਂ, ਜਦੋਂ ਸਾਨੂੰ ਲੱਗਿਆ ਕਿ ਸਾਡਾ ਟਾਈਮ ਹੋ ਗਿਆ ਹੈ ਤਾਂ ਉਹਨੂੰ ਸੰਖੇਪ ਵਿੱਚ ਉਹਨੂੰ ਉੱਥੇ ਖਤਮ ਕਰਨਾ ਵੀ ਸਾਨੂੰ ਆਉਣਾ ਚਾਹੀਦਾ ਹੈ। ਲੇਖ ਲਿਖਣ ਵੇਲੇ ਦੋ ਗੱਲਾਂ ਦਾ ਧਿਆਨ ਬਹੁਤ ਜ਼ਰੂਰੀ ਹੈ। ਉਹ ਪਹਿਲਾਂ ਵੀ ਮੈਂ ਦੱਸਿਆ ਹੈ, ਆਦਿ ਤੇ ਅੰਤ। ਲੇਖ ਦਾ ਆਰੰਭ ਪ੍ਰਭਾਵਸ਼ਾਲੀ ਚੰਗਾ ਪ੍ਰਭਾਵ ਪੈਂਦਾ ਹੈ। ਜੋ ਤੁਸੀਂ ਕੋਈ ਵੀ ਲੇਖ ਲਿਖੋਗੇ, ਜੇ ਉਹਦੀ ਭੂਮਿਕਾ ਬਹੁਤ ਸੋਹਣੀ ਲਿਖੀ ਹੋਏਗੀ ਤਾਂ ਅੱਗੋਂ ਪੜ੍ਹਨ ਨੂੰ ਸਰੋਤਿਆਂ ਦਿਲ ਕਰੇਗਾ ਕਿ ਇਸ ਲੇਖ ਵਿੱਚ ਅੱਗੇ ਕੀ ਲਿਖਿਆ ਹੋਇਆ ਹੈ। ਲੇਖ ਦੀ ਸ਼ੈਲੀ ਸੁਚੱਜੀ, ਰਸਦਾਇਕ ਤੇ ਪ੍ਰਭਾਵਸ਼ਾਲੀ ਹੋਣੀ ਚਾਹੀਦੀ ਹੈ, ਯਾਨੀ ਕਿ ਭਾਸ਼ਾ ਮਿਠੜੀ ਦਾ ਵਰਤੋਂ ਕਰਨੀ ਹੈ। ਲੇਖ ਦੀ ਬੋਲੀ ਸਾਦੀ, ਠੇਠ ਤੇ ਮੁਹਾਵਰੇਦਾਰ ਹੋਣੀ ਚਾਹੀਦੀ ਹੈ। ਲੇਖ ਦੇ ਵਾਕ ਛੋਟੇ ਛੋਟੇ ਤੇ ਅਰਥ ਭਰਪੂਰ ਹੋਣੇ ਚਾਹੀਦੇ ਹਨ। ਲੇਖਾਂ ਵਿੱਚ ਵਿਚਾਰਾਂ ਦੀ ਤਰਤੀਬ ਨੂੰ ਠੀਕ ਢੰਗ ਨਾਲ ਪੇਸ਼ ਕੀਤਾ ਜਾਣਾ ਚਾਹੀਦਾ ਹੈ। ਜੇ ਆਪਾਂ ਇੱਕ ਯਾਤਰਾ ਵਾਸਤੇ ਲਿਖ ਰਹੇ ਹਾਂ ਤਾਂ ਪਹਿਲਾਂ ਆਪਾਂ ਦੱਸਾਂਗੇ ਸਾਡਾ ਪ੍ਰੋਗਰਾਮ ਕਿਵੇਂ ਬਣਿਆ, ਫਿਰ ਅਸੀਂ ਕਿਵੇਂ ਗਏ, ਫਿਰ ਰਸਤੇ ਦਾ ਸਾਰਾ ਕੁਝ ਦੱਸਾਂਗੇ, ਫਿਰ ਉਸ ਜਗ੍ਹਾ ਤੇ ਜਾਵਾਂਗੇ। ਸੋ ਸਾਰਾ ਕੁਝ ਵਿਚਾਰਾਂ ਦੇ ਹਿਸਾਬ ਦੇ ਨਾਲ ਹੀ ਚੱਲੇਗਾ। ਸੋ ਬੱਚਿਓ, ਇਹਨਾਂ ਦੱਸੇ ਗਏ ਵਿਚਾਰਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਸੀਂ COVID-19 ਤੇ 250 ਸ਼ਬਦਾਂ ਦਾ ਲੇਖ ਲਿਖਣਾ ਹੈ। ਇਹ ਲੇਖ ਤੁਸੀਂ ਰਫ ਰਜਿਸਟਰ ਤੇ ਲਿਖੋਗੇ। ਧੰਨਵਾਦ।